ਗੁਰਮੁਖ ਪਰਚੈ ਵੇਦ ਵਿਚਾਰੀ, ਗੁਰਮੁਖ ਪਰਚੈ ਤਰੀਐ ਤਾਰੀ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਗੁਰਮੁਖ ਪਰਚੈ ਅੰਤਰ ਬਿਦ ਜਾਨੀ। ਗੁਰਮੁਖ ਪਾਈਐ ਅਲਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਜੀ ਅਵਸਥਾ ਵਿਚਲੇ ਗੁਰਮੁਖ ਆਪਣੇ ਮਨ ਪਰਚਾਵੇ ਦਾ ਸਾਧਨ ਕਿਸੇ ਚੀਜ਼ ਨੂੰ ਬਣਾ ਕੇ ਰੱਖਦੇ ਹਨ ਜਾਂ ਉਹਨਾਂ ਨੂੰ ਰੱਖਣਾ ਚਾਹੀਦਾ ਹੈ। ਇਸ ਬਾਰੇ ਸਤਿਗੁਰੂ ਜੀ ਆਖਦੇ ਹਨ, ਇਸ ਅਵਸਥਾ ਵਿੱਚ ਗੁਰਸਿੱਖਾਂ ਲਈ ਗੁਰ ਉਪਦੇਸ਼ ਨੂੰ ਵਿਚਾਰਦੇ ਰਹਿਣਾ ਜਾਂ ਸਮਝਦੇ ਰਹਿਣਾ ਕੇਵਲ ਇੱਕ ਮਨ ਪਰਚਾਵਾ ਬਚਦਾ ਹੈ, ਜਿਸ ਨਾਲ ਗੁਰਮੁਖ ਦੀ ਸੁਰਤ ਨਿਤ ਨਵਾਂ ਗਿਆਨ ਪ੍ਰਾਪਤ ਕਰਦੀ ਹੈ। ਉਸ ਦੀ ਸ਼ਕਤੀ ਨਾਲ ਖੰਡਾਂ ਬ੍ਰਹਮੰਡਾਂ ਵਿੱਚ ਤਾਰੀ ਲਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਕਰਦੀ ਕਰਦੀ ਗੁਰਮੁਖ ਦੀ ਸੁਰਤ ਮਾਇਆ ਦੇ ਦਾਇਰੇ ਨੂੰ ਪਾਰ ਕਰਕੇ ਨਿਰਾਕਾਰ ਦੀ ਸੋਝੀ ਪ੍ਰਾਪਤ ਕਰ ਲੈਂਦੀ ਹੈ। ਗੁਰਮੁਖ ਸ਼ਬਦ ਵਿਚਾਰ ਵਿੱਚੋਂ ਉਸ ਦੇ ਗਿਆਨ ਦੀ ਗਹਿਰਾਈ ਤੱਕ ਪਹੁੰਚ ਜਾਂਦਾ ਹੈ। ਗੁਰਮੁਖ ਦੋਨੋਂ ਪ੍ਰਕਾਰ ਦੇ ਹੁਕਮ ਨੂੰ ਬੁੱਝ ਲੈਂਦਾ ਹੈ, ਜਿਨ੍ਹਾਂ ਵਿੱਚ ਇੱਕ ਉਹ ਹੁਕਮ ਹੁੰਦਾ ਹੈ ਜਿਸ ਦੁਆਰਾ ਪਰਮੇਸ਼ਰ ਨੇ ਜੀਵਾਂ ਨੂੰ ਭਰਮ ਵਿੱਚ ਭੁਲਾ ਕੇ ਰੱਖਿਆ ਹੋਇਆ ਹੈ ਤਾਂ ਕਿ ਸੰਸਾਰ ਦੀ ਖੇਡ ਚੱਲਦੀ ਰਹੇ, ਬੰਦ ਨਾ ਹੋ ਜਾਵੇ। ਦੂਸਰਾ ਹੁਕਮ ਉਹ ਹੈ ਜਿਸ ਰਾਹੀਂ ਗੁਰਮੁਖਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸੰਜੋਗ ਅਤੇ ਵਿਜੋਗ, ਭਰਮ ਭੁਲਾਏ ਅਤੇ ਭਗਤੀ ਲਾਏ ਵਿਚਲਾ ਅੰਤਰ ਗੁਰਮੁਖ ਜਾਣ ਲੈਂਦਾ ਹੈ। ਨਾਮ ਧਨ ਦਾ ਨਵਾਂ ਖਜ਼ਾਨਾ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਗੁਰਮੁਖ ਇਸ ਨਾਮ ਧਨ ਦੀ ਪ੍ਰਾਪਤੀ ਆਪਣੇ ਪਰਿਵਾਰ ਦੇ ਹੋਰ ਗੁਰਸਿੱਖਾਂ ਨੂੰ ਕਰਵਾਉਂਦਾ ਰਹਿੰਦਾ ਹੈ। ਉਹ ਤਾਂ ਇੱਕ ਕਿਸਮ ਦਾ ਮੁਕਤ ਦੁਆਰ ਹੀ ਬਣ ਜਾਂਦਾ ਹੈ। ਉਸ ਦੇ ਹਿਰਦੇ ਵਿੱਚ ਪਾਰ ਬ੍ਰਹਮ ਦਾ ਨਿਵਾਸ ਹੁੰਦਾ ਹੈ। ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ। ਜਿਸ ਦੇ ਹਿਰਦੇ ਵਿੱਚ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ, ਉਹ ਅਸਲੀ ਰਾਮ ਦਾ ਦਾਸ ਹੁੰਦਾ ਹੈ। ਇਸ ਲਈ ਉਸ ਦੇ ਹਿਰਦੇ ਵਿੱਚੋਂ ਨਿਕਲੀ ਹਰ ਗੱਲ ਪਰਮੇਸ਼ਰ ਦੇ ਮਿਲਾਪ ਦਾ ਰਸਤਾ ਹੀ ਬਣ ਜਾਂਦੀ ਹੈ। ਉਸ ਦਾ ਆਪਣਾ ਹਿਰਦਾ ਮੁਕਤ ਦੁਆਰ ਬਣ ਜਾਂਦਾ ਹੈ। ਸਾਤੇ ਸਤ ਕਰ ਬਾਚਾ ਜਾਣ, ਆਤਮ ਰਾਮ ਲਿਹੋ ਪ੍ਰਵਾਨ। ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ। ਭਗਤ ਕਬੀਰ ਜੀ ਇਸ ਪੰਕਤੀ ਵਿੱਚ ਆਖਦੇ ਹਨ ਕਿ ਸੱਤਵੀਂ ਗੱਲ ਇਹ ਹੈ ਜਿਸ ਨੂੰ ਸੱਚ ਕਰਕੇ ਮੰਨਣ ਦੀ ਲੋੜ ਹੈ ਕਿ ਉਹ ਹੈ ਕਿ ਆਤਮਦੇਵ ਆਪਣੇ ਆਪ ਨੂੰ ਹੀ, ਮਨ ਅੰਦਰ ਬੈਠੇ ਆਤਮ ਗਿਆਨ ਨੂੰ ਹੀ ਰਾਮ ਪਰਮੇਸ਼ਰ ਪ੍ਰਵਾਨ ਕਰ ਲਓ। ਮਨ ਨੂੰ ਇਸ ਦੇ ਅੰਦਰੋਂ ਹੀ ਜਿਹੜੀ ਆਵਾਜ਼ ਇਸ ਨੂੰ ਅਵਗੁਣਾਂ ਤੋਂ ਰੋਕਦੀ ਹੈ, ਉਸੇ ਨੂੰ ਰਾਮ ਬੇਣ ਜਾਂ ਪਰਮੇਸ਼ਰ ਦਾ ਹੁਕਮ ਸਾਚ ਸ਼ਬਦ ਮੰਨ ਲਓ। ਦੂਸਰੇ ਮਹਾਵਾਕ ਅਨੁਸਾਰ ਭਗਤ ਰਵਿਦਾਸ ਜੀ ਪਰਮੇਸ਼ਰ ਤੇ ਜੀਵ ਵਿੱਚ ਅੰਤਰ ਕੇਵਲ ਇਤਨਾ ਹੀ ਦੱਸ ਰਹੇ ਹਨ ਕਿ ਜਿਵੇਂ ਸੋਨਾ ਅਤੇ ਸੋਨੇ ਤੋਂ ਬਣੇ ਹੋਏ ਇੱਕ ਕੰਗਣ ਵਿੱਚ ਹੁੰਦਾ ਹੈ। ਭਾਵੇਂ ਕੰਗਣ ਸੋਨੇ ਦਾ ਹੀ ਬਣਿਆ ਹੈ, ਪਰ ਉਹ ਨਿਰਾਕਾਰ ਨਹੀਂ। ਕੰਗਣ ਉਸ ਦਾ ਆਕਾਰ ਹੋਣ ਕਰਕੇ ਸੋਨੇ ਨਾਲੋਂ ਵੱਖਰਾ ਪਹਿਚਾਣ ਰੱਖਦਾ ਹੈ। ਇੱਥੇ ਖਤਰਾ ਉਦੋਂ ਵੱਧ ਜਾਂਦਾ ਹੈ ਜਦੋਂ ਜਗਿਆਸੂ ਆਪਣੇ ਆਪ ਨੂੰ ਹੀ ਪਰਮੇਸ਼ਰ ਦੇ ਬਰਾਬਰ ਮੰਨ ਲਵੇ। ਜੇ ਸੋਨੇ ਤੇ ਸੋਨੇ ਦੇ ਬਣੇ ਹੋਏ ਕੰਗਣ ਵਿਚਲਾ ਸੂਖਸ਼ਮ ਫਰਕ ਨਜ਼ਰ ਅੰਦਾਜ਼ ਕਰ ਦੇਵੇ ਅਤੇ ਇਹ ਕਹਿ ਦੇਵੇ ਕਿ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਦਿਲ ਬਹਿਲਾਵੇ ਲਈ ਬਣਾਈ ਹੈ, ਇਸ ਨਾਲ ਮਨ ਪਰਚਾਵਾ ਕਰਦੇ ਰਹਿਣਾ ਕੋਈ ਅਪਰਾਧ ਨਹੀਂ। ਇਹ ਰਸਤਾ ਮਨਮੁਖਾਂ ਦੇ ਰਸਤੇ ਨਾਲ ਮਿਲ ਜਾਂਦਾ ਹੈ ਅਤੇ ਸੰਸਾਰ ਅਗਨ ਸਾਗਰ ਵੱਲ ਨੂੰ ਲੈ ਜਾਂਦਾ ਹੈ। ਭਰਮ ਗਿਆਨੀ ਗੁਰੂ ਸੰਸਾਰੀ ਮਾਰਗਾਂ ਦੇ ਕਰਤੇ ਇਸ ਰਸਤੇ ਭਟਕ ਕੇ ਸੰਸਾਰ ਦੇ ਮੋਹ ਵਿੱਚ ਫਸੇ ਰਹਿ ਜਾਂਦੇ ਹਨ। ਗੁਰਮੁਖ ਅਕਥ ਕਥੈ ਵਿਚਾਰ, ਗੁਰਮੁਖ ਨਿਭੈ ਸਭ ਪਰਵਾਰ। ਗੁਰਮੁਖ ਜਪੀਐ ਅੰਤਰ ਪਿਆਰ, ਗੁਰਮੁਖ ਪਾਈਐ ਸ਼ਬਦ ਅਚਾਰ। ਸ਼ਬਦ ਭੇਦ ਜਾਣੇ ਜਾਣਾਈ, ਨਾਨਕ ਹਉਮੈ ਜਾਲ ਸਮਾਈ। ਤਿੰਨਾਂ ਅਵਸਥਾ ਵਿਚਲੇ ਖਤਰੇ ਤੋਂ ਬਚ ਕੇ ਨਿਕਲ ਜਾਣ ਵਾਲਾ ਗੁਰਮੁਖ ਹੀ ਪਰਮੇਸ਼ਰ ਦੀ ਅਕਥ ਕਥਾ ਦੇ ਕਥਨ ਕਰ ਲੈਣ ਦਾ ਅਧਿਕਾਰੀ ਬਣ ਸਕਦਾ ਹੈ। ਪਰਮੇਸ਼ਰ ਨੇ ਉਸ ਨੂੰ ਹਰ ਪੱਖ ਤੋਂ ਚੰਗੀ ਤਰ੍ਹਾਂ ਨਾਲ ਪਰਖ ਲਿਆ ਹੁੰਦਾ ਹੈ। ਤਦ ਉਪਰੰਤ ਹੀ ਭਗਤ ਰਵਿਦਾਸ ਜੀ ਅਨੁਸਾਰ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗਸਈਆਂ ਮੇਰਾ ਮਾਥੇ ਛਤਰ ਧਰੇ। ਪਰਮੇਸ਼ਰ ਉਸ ਗੁਰਮੁਖ ਦੇ ਸਿਰ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਰੂਪੀ ਹੱਥ ਰੱਖ ਦਿੰਦਾ ਹੈ, ਜਿਸ ਨੂੰ ਭਗਤ ਰਵਿਦਾਸ ਜੀ ਮਾਥੇ ਛਤਰ ਧਰੇ ਆਖ ਰਹੇ ਹਨ। ਅਵਿਨਾਸੀ ਰਾਜ ਦੀ ਪ੍ਰਾਪਤੀ ਸ੍ਰਿਸ਼ਟੀ ਦੇ ਤਿੰਨਾਂ ਲੋਕਾਂ ਦੀ ਰਾਜ ਦੀ ਪ੍ਰਾਪਤੀ ਤੋਂ ਕਿਤੇ ਜ਼ਿਆਦਾ ਭਾਗਸ਼ਾਲੀ ਅਤੇ ਤੇਜਸਵੀ ਹੁੰਦੀ ਹੈ। ਇਸੇ ਲਈ ਦੁਨੀਆ ਸ੍ਰਿਸ਼ਟੀ ਦੇ ਰਾਜ ਦੀ ਇਸ ਨਾਲ ਤੁਲਨਾ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਆਖਿਆ ਹੈ,
ਜੇ ਜੁਗ ਚਾਰੇ ਆਰਜਾ ਹੋਰਦ ਸੁਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ। ਚੰਗਾ ਨੌ ਰਖਾਏ ਕੇ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕਿਹੇ ਜੋਗੀ ਲੋਗੋ ਤੁਸੀਂ ਭਾਵੇਂ ਚਾਰੇ ਯੁੱਗਾਂ ਦੀ ਉਮਰ ਵੀ ਕਿਉਂ ਨਾ ਪ੍ਰਾਪਤ ਕਰ ਲਓ ਜਾਂ ਇਸ ਤੋਂ ਵੀ ਹੋਰ 10 ਗੁਣੀ। ਸਾਰੀ ਸ੍ਰਿਸ਼ਟੀ ਵਿੱਚ ਪ੍ਰਸਿੱਧੀ ਵੀ ਹੋ ਜਾਵੇ। ਹਰ ਕੋਈ ਤੁਹਾਡੇ ਆਖਣ ਅਨੁਸਾਰ ਕੰਮ ਵੀ ਕਰੇ। ਬੜੀ ਸੋਭਾ ਸੰਸਾਰ ਵਿੱਚ ਹੋ ਜਾਵੇ ਅਤੇ ਬੜੀ ਜਸ ਕੀਰਤੀ ਸੰਸਾਰ ਵਿੱਚ ਫੈਲ ਜਾਵੇ। ਪਰ ਇਹ ਸਭ ਤਾਂ ਸੰਸਾਰ ਦ੍ਰਿਸ਼ਟੀ ਅਨੁਸਾਰ ਹੀ ਹੋਵੇਗਾ। ਪਰਮੇਸ਼ਰ ਦੀ ਦ੍ਰਿਸ਼ਟੀ ਜਿਹੜੀ ਕਿ ਸੰਸਾਰੀ ਦ੍ਰਿਸ਼ਟੀ ਤੋਂ ਬਿਲਕੁਲ ਉਲਟ ਹੈ, ਅਨੁਸਾਰ ਇਹ ਸਭ ਕੁਝ ਸਹੀ ਨਾ ਹੋਵੇ ਤਾਂ ਦਰਗਾਹ ਵਿੱਚ ਇਸਦਾ ਕੌਡੀ ਮੁੱਲ ਨਹੀਂ ਪੈਂਦਾ। ਐਸੀ ਇੱਜ਼ਤ ਵਾਲੇ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਦੋਸ਼ੀ ਹੰਕਾਰੀ ਮੰਨਿਆ ਜਾਂਦਾ ਹੈ। ਇਹ ਸਾਰੀ ਸੰਸਾਰੀ ਇੱਜ਼ਤ ਧਨ ਮਾਲ ਉਸਦੇ ਬਿਨਸ ਜਾਣ ਨਾਲ ਹੀ ਪਰਾਈ ਹੋ ਜਾਂਦੀ ਹੈ। ਕੀਤੇ ਹੋਏ ਅਪਰਾਧਾਂ ਦਾ ਬੋਝ ਹੀ ਉਸਦੇ ਸਿਰ ਉੱਤੇ ਰਹਿ ਜਾਂਦਾ ਹੈ। ਇੱਥੇ ਸਤਿਗੁਰ ਜੀ ਦਾ ਭਾਵ ਇਹ ਹੈ ਕਿ ਸਾਰੇ ਖਤਰਿਆਂ ਤੋਂ ਬਚ ਕੇ ਨਿਕਲਿਆ ਹੋਇਆ ਗੁਰਮੁਖ ਜੀਵਨ ਮੁਕਤ ਹੋ ਜਾਂਦਾ ਹੈ। ਉਹ ਪਰਮੇਸ਼ਰ ਦੀਆਂ ਗੱਲਾਂ ਕਥਨ ਕਰਕੇ ਸੁਣਾਉਂਦਾ ਹੈ। ਆਪਣੇ ਪਰਿਵਾਰ ਦੇ ਗੁਰਸਿੱਖਾਂ ਵਿੱਚੋਂ ਉਸਦਾ ਕਿਸੇ ਨਾਲ ਵੀ ਕੋਈ ਵੈਰ ਵਿਰੋਧ ਨਹੀਂ ਹੁੰਦਾ। ਐਸੇ ਗੁਰਮੁਖ ਤਾਂ ਆਪਣੇ ਅੰਦਰ ਹੀ ਪਰਮੇਸ਼ਰ ਦਾ ਪਿਆਰ ਦਿਨ ਬ ਦਿਨ ਵਧਾਉਂਦੇ ਰਹਿੰਦੇ ਹਨ। ਗੁਰਮੁਖ ਆਪਣੇ ਆਚਰਨ ਨੂੰ ਗੁਰਮਤਿ ਅਨੁਸਾਰ ਢਾਲਦਾ ਹੈ। ਭਾਵ ਗੁਰਮੁਖ ਸਦਾਚਾਰੀ ਜੀਵਨ ਰਹਿਣੀ ਬਹਿਣੀ ਕਰਨੀ ਕਥਨੀ ਨੂੰ ਗੁਰਮਤਿ ਅਨੁਸਾਰ ਢਾਲਦਾ ਹੈ। ਗੁਰਮੁਖ ਸ਼ਬਦ ਭੇਦ ਨੂੰ ਬੁੱਝ ਕੇ ਉਸਦਾ ਗਿਆਨ ਕਰਵਾਉਂਦਾ ਹੈ। ਭਾਵ ਬਿਨਾਂ ਕੰਨਾਂ ਤੋਂ ਸੁਣਨ ਵਾਲਾ ਨਾਦ ਸ਼ਬਦ ਜਿਹੜਾ ਕਿ ਉਸਦੇ ਅੰਦਰ ਪ੍ਰਗਟ ਹੋ ਗਿਆ ਹੁੰਦਾ ਹੈ, ਉਸਦਾ ਗਿਆਨ ਉਹ ਹੋਰਨਾਂ ਨੂੰ ਕਰਾ ਕੇ ਇਸ ਭਾਵ ਸਾਗਰ ਤੋਂ ਪਾਰ ਕਰਾ ਦੇਣ ਦੇ ਉਪਰਾਲੇ ਕਰਦਾ ਰਹਿੰਦਾ ਹੈ। ਇਸ ਅਵਸਥਾ ਵਿੱਚ ਜਾ ਕੇ ਹੀ ਅਸਲ ਵਿੱਚ ਹਉਮੈ ਦਾ ਨਾਸ ਹੋਇਆ ਕਰਦਾ ਹੈ। ਇਹ ਅਵਸਥਾ ਹੀ ਪ੍ਰਚੰਡ ਗਿਆਨ ਦੀ ਅਵਸਥਾ ਹੈ, ਜਿਸ ਵਿੱਚ ਹਉਮੈ ਜਲ ਕੇ ਕਾਇਆ ਕੰਚਨ ਸ਼ੁੱਧ ਹੋ ਜਾਇਆ ਕਰਦੀ ਹੈ। ਭਗਤ ਕਬੀਰ ਜੀ ਇਸ ਅਵਸਥਾ ਦੀ ਗੱਲ ਕਰਦੇ ਹੋਏ ਆਖਦੇ ਹਨ, ਕਬੀਰ ਪਰਦੇਸੀ ਕੇ ਘਾਗਰੇ ਚੌਦਿਸ ਲਾਗੀ ਆਗ। ਖਿੰਥਾ ਜਲ ਕੋਲਾ ਪਈ ਤਾਗੇ ਆਂਚ ਨ ਲਾਗ। ਭਾਵ ਕਿ ਇਸ ਮਨ ਪਰਦੇਸੀ ਦੇ ਘਾਹ ਫੂਸ ਮਾਇਆ ਦੇ ਘਰ ਨੂੰ ਸੰਸਾਰ ਨੂੰ ਪ੍ਰਚੰਡ ਗਿਆਨ ਦੀ ਅੱਗ ਚਾਰੇ ਪਾਸਿਆਂ ਤੋਂ ਪੈ ਗਈ। ਇਸ ਦੀ ਮਾਇਆ ਰੂਪੀ ਗੋਦੜੀ ਜਲ ਕੇ ਕੋਇਲਾ ਹੋ ਚੁੱਕੀ ਹੈ। ਪਰ ਇਸ ਪਰਦੇਸੀ ਦੇ ਸੰਤੋਖ ਸੂਤ ਉੱਤੇ ਇਸ ਅੱਗ ਦਾ ਕੋਈ ਅਸਰ ਨਹੀਂ ਹੋ ਰਿਹਾ। ਭਾਵ ਇਸ ਦੇ ਮਨ ਉੱਤੇ ਅੱਗ ਦਾ ਠੰਡਾ ਪ੍ਰਭਾਵ ਪੈ ਰਿਹਾ ਹੈ। ਬ੍ਰਹਮ ਅਗਨ ਸਹਿਜੇ ਪੁਰਜਾਲੀ ਏਕੇ ਚੋਟ ਸਦਾਇਆ। ਭਾਵ ਕਿ ਬ੍ਰਹਮ ਗਿਆਨ ਦੀ ਸੱਚ ਦੇ ਗਿਆਨ ਦੀ ਅੱਗ ਦੇ ਨਾਲ ਠੰਡੀ ਅੱਗ ਦੇ ਨਾਲ ਮਨ ਦੀ ਅਗਿਆਨਤਾ ਨੂੰ ਜਲਾਇਆ ਹੈ, ਤਾਂ ਜਾ ਕੇ ਸਰੀਰ ਦੀ ਮਨੌਤ ਖਤਮ ਹੁੰਦੀ ਹੈ। ਜਿੰਨਾ ਚਿਰ ਆਪਾਂ ਆਪਣੇ ਆਪ ਨੂੰ ਸਰੀਰ ਸਮਝਦੇ ਹਾਂ, ਇਸ ਕਰਕੇ ਹੀ ਸਰੀਰ ਦੀਆਂ ਲੋੜਾਂ ਪਿੱਛੇ ਭੱਜਦੇ ਹਾਂ। ਪਰ ਜਦੋਂ ਆਪਾਂ ਨੂੰ ਆਪਣੀ ਦੇਹੀ ਗੁਪਤ ਵਿਦੇਹੀ ਦਿਸੇ ਗੁਪਤ ਦੇਹੀ ਦਾ ਪਤਾ ਲੱਗਦਾ ਹੈ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਫਿਰ ਉਸਦੇ ਅਸਲੀ ਭੋਜਨ ਦੀ ਆਪਾਂ ਨੂੰ ਸਮਝ ਆਉਂਦੀ ਹੈ। ਜਦੋਂ ਆਪਣਾ ਮਨ ਜਾਗਦਾ ਹੈ, ਉਹਨੂੰ ਸਮਝ ਪੈਂਦੀ ਹੈ ਕਿ ਤੂੰ ਆਇਆ ਕਿਹੜੇ ਕੰਮ ਲਈ ਹੈਗਾ ਤੇ ਤੂੰ ਕਿਹੜਾ ਕੰਮ ਕਰ ਰਿਹਾ ਹੈ। ਗੁਰਮੁਖ ਧਰਤੀ ਸਾਜੈ ਸਾਜੀ ਤਿਸਮੈ ਓਪਤ ਖਪਤ ਸੋ ਬਾਜੀ। ਗੁਰ ਕੇ ਸ਼ਬਦ ਰਪੈ ਰੰਗ ਲਾਏ ਸਾਚ ਰਤੋ ਪਤ ਸਿਓ ਘਰ ਜਾਏ। ਸਾਚ ਸ਼ਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਨਾਵੈ ਕਿਉਂ ਸਾਚ ਸਮਾਵੈ। ਇਹਨਾਂ ਪੰਕਤੀਆਂ ਵਿੱਚ ਸਤਿਗੁਰ ਜੀ ਉਸੇ ਦਾ ਜ਼ਿਕਰ ਕਰ ਰਹੇ ਹਨ। ਗੁਰਮੁਖ ਦੀ ਹਿਰਦੇ ਰੂਪੀ ਧਰਤੀ ਰਣ ਭੂਮੀ ਪਰਮੇਸ਼ਰ ਨੇ ਆਪ ਤਿਆਰ ਕੀਤੀ ਹੈ, ਜਿਹੜੀ ਕਿ ਧਰਤੀ ਇਸ ਲੜਾਈ ਵਿੱਚ ਗੁਰਮੁਖ ਦੇ ਅਨੁਕੂਲ ਹੈ ਅਤੇ ਮਨ ਦੇ ਪ੍ਰਤੀਕੂਲ ਭਾਵ ਖਿਲਾਫ ਹੈ। ਗੁਰਬਾਣੀ ਦਾ ਭਾਵ ਇਹ ਹੈ ਕਿ ਗੁਰਮੁਖ ਚਿੱਤ ਲਈ ਬੇਅੰਤ ਸਹੂਲਤਾਂ ਤੇ ਮਨ ਲਈ ਅਥ ਔਕੜਾਂ ਭਰੀ ਕਰਤੇ ਪੁਰਖ ਦੀ ਸਾਜੀ ਹੋਈ ਰਣ ਭੂਮੀ ਮਨ ਲਈ ਮੌਤ ਰੂਪ ਹੈ। ਹੁਣ ਇਸ ਵਿੱਚ ਇੱਕ ਚੀਜ਼ ਦਾ ਓਪਤ ਪ੍ਰਗਟ ਹੋਣਾ ਹੈ ਤੇ ਦੂਸਰੀ ਚੀਜ਼ ਦਾ ਖਪਤ ਹੋਣਾ ਨਿਸ਼ਚਿਤ ਹੋਇਆ ਹੈ। ਇਹ ਬਾਜੀ ਗੁਰਮੁਖ ਨੇ ਇੱਕ ਹੱਥ ਵਿੱਚ ਗਿਆਨ ਖੜਗ ਗੁਰਮਤ ਤੇ ਦੂਸਰੇ ਹੱਥ ਵਿੱਚ ਇਸ ਗੁਰਮਤ ਤੋਂ ਪ੍ਰਾਪਤ ਕੀਤਾ ਸੰਤੋਖ ਰੂਪੀ ਢਾਲਾ ਫੜ ਕੇ ਸਿਰ ਧੜ ਦੀ ਬਾਜੀ ਲਾਉਣੀ ਹੈ, ਜਿਸ ਵਿੱਚ ਮਨ ਨੂੰ ਕੁਗਿਆਨ ਨੂੰ ਨਾਸ਼ ਕਰਕੇ ਗੁਰੂ ਦੇ ਗਿਆਨ ਨੂੰ ਪ੍ਰਗਟ ਕਰਨਾ ਹੈ। ਇਸ ਲਈ ਸਤਿਗੁਰ ਜੀ ਓਪਤ ਖਪਤ ਸੋ ਬਾਜੀ ਆਖ ਰਹੇ ਹਨ। ਗੁਰਮੁਖੀ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ।
ਭਗਤ ਕਬੀਰ ਜੀ ਦਾ ਵੀ ਵਚਨ ਹੈ, ਆਪਣੇ ਵਿਚਾਰੋਂ ਪੇ ਅਸਵਾਰੀ ਕੀਜੇ, ਸਹਿਜ ਕੇ ਪਾਵੜੇ ਪੱਗ ਧਾਰ ਲੀਜੇ। ਜਿਹੜੇ ਵਿਚਾਰ ਹਨ, ਹਰੇਕ ਜੀਵ ਦੇ ਅੰਦਰ ਦੋ ਵਿਚਾਰ ਹਨ। ਦੋ ਵਿਚਾਰ ਕਰਕੇ ਦੁਚਿੱਤੀ ਹੈ, ਦੋ ਵਿਚਾਰਾਂ ਕਰਕੇ ਦੁਵਿਧਾ ਹੈ। ਦੋ ਵਿਚਾਰ ਕੀ ਹੈ? ਇੱਕ ਆਪਣੇ ਮਨ ਦੀ ਮਰਜ਼ੀ ਹੈ, ਇੱਕ ਪਰਮੇਸ਼ਰ ਦੀ ਮਰਜ਼ੀ ਹੈ। ਹੁਕਮ ਵਿੱਚ ਚੱਲਣਾ ਪਰਮੇਸ਼ਰ ਦੀ ਮਰਜ਼ੀ ਹੈ, ਹੁਕਮ ਅਨੁਸਾਰੀ ਬਣਨਾ ਹੈ। ਆਪਣੇ ਮਨ ਦੀਆਂ ਇੱਛਾਵਾਂ ਪਿੱਛੇ ਭੱਜਣਾ ਹੁਕਮ ਦਾ ਵਿਰੋਧ ਕਰਨਾ ਹੈ। ਇਸੇ ਨੂੰ ਗੁਰਬਾਣੀ ਪੁੰਨ ਤੇ ਪਾਪ ਆਖਦੀ ਹੈ। ਪੁੰਨ ਪਾਪ ਦੋਨੋਂ ਭਾਈ, ਦੋਨੇ ਮਿਲ ਕੇ ਸ੍ਰਿਸ਼ਟ ਪਾਈ। ਜਿਨ੍ਹਾਂ ਨੇ ਇਹਦੇ ਵਿੱਚ ਅੱਗੇ ਨਹੀਂ ਜਾਣਾ ਹੈ, ਉਹ ਇੱਥੇ ਪੁੰਨ ਪਾਪ ਦੀ ਵਿਚਾਰਧਾਰਾ ਵਿੱਚ ਫਸੇ ਰਹਿੰਦੇ ਹਨ ਅਤੇ ਕਦੀ ਉਹ ਹੁਕਮ ਦਾ ਵਿਰੋਧ ਕਰ ਲੈਂਦੇ ਅਤੇ ਕਦੀ ਹੁਕਮ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਜਿੰਨਾ ਚਿਰ ਆਪਣੇ ਅੰਦਰ ਇਹ ਦੋ ਵਿਚਾਰ ਹਨ ਕਿ ਮੈਂ ਕੁਛ ਕਰ ਸਕਦਾ ਹਾਂ, ਉਨਾ ਚਿਰ ਆਪਾਂ ਨੂੰ ਸੱਚ ਦੀ ਸਮਝ ਨਹੀਂ ਆ ਸਕਦੀ, ਕਿਉਂਕਿ ਆਪਾਂ ਦੁਬਿਧਾ ਵਿੱਚ ਹੈ। ਦੁਬਿਧਾ ਵਿੱਚ ਕਦੀ ਆਪਾਂ ਅਰਥ ਸਰੀਰ 'ਤੇ ਲਾ ਲੈਂਦੇ ਹਾਂ, ਕਦੀ ਆਪਾਂ ਆਤਮਾ 'ਤੇ ਲਾ ਲੈਂਦੇ ਹਾਂ। ਇਸ ਕਰਕੇ ਹੁਣ ਇੱਥੇ ਜਾ ਕੇ ਬੜਾ ਹੀ ਬਰੀਕ ਰਸਤਾ ਆ ਜਾਂਦਾ ਹੈ। ਇਹਨੂੰ ਹੀ ਖਨਿਓ ਤਿੱਖੀ ਵਾਲੋ ਨਿੱਕੀ ਕਿਹਾ ਗਿਆ ਹੈ। ਗੁਰਮੁਖ ਗੁਰ ਸ਼ਬਦ ਵਿੱਚ ਭਿੱਜਿਆ ਹੋਇਆ ਰਹਿਣ ਕਰਕੇ ਆਪਣੇ ਆਪ ਨੂੰ ਗਿਆਨ ਦਾ ਰੰਗ ਚੜ੍ਹਾਉਂਦਾ ਰਹਿੰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਸੱਚ ਦੇ ਰੰਗ ਵਿੱਚ ਰੰਗਿਆ ਹੋਇਆ ਹੀ ਇਸ ਜੰਗ ਨੂੰ ਫਤਿਹ ਕਰ ਸਕਦਾ ਹੈ। ਆਪਣੇ ਮਨ ਨੂੰ ਜਿੱਤ ਕੇ ਆਪਣੇ ਘਰ ਨਿਜ ਘਰ ਸੱਚਖੰਡ ਇੱਜ਼ਤ ਨਾਲ ਜਾ ਸਕਦਾ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਹੁਣ ਕਹਿੰਦੇ ਜਿਹਨੂੰ ਸੱਚ ਦਾ ਰੰਗ ਲੱਗਿਆ ਹੈ ਇਸ ਸੰਸਾਰ ਵਿੱਚ ਉਹਨੂੰ ਸੂਰਾ ਮੰਨਿਆ ਗਿਆ ਹੈ। ਬਾਕੀ ਸੰਸਾਰੀ ਲੜਾਈਆਂ ਲੜਨ ਵਾਲੇ ਨੂੰ ਸੂਰਾ ਗੁਰਬਾਣੀ ਨਹੀਂ ਮੰਨਦੀ ਹੈ। ਜਿਹੜਾ ਇਸ ਸਾਚ ਸ਼ਬਦ ਗੁਰ ਉਪਦੇਸ਼ ਨੂੰ ਪ੍ਰਾਪਤ ਨਹੀਂ ਕਰਦਾ, ਇਹ ਉਸ ਲੋਕ ਅਤੇ ਪ੍ਰਲੋਕ ਵਿੱਚ ਇੱਜ਼ਤ ਨਹੀਂ ਪਾ ਸਕਦਾ। ਜਿਹੜਾ ਨਹੀਂ ਸਾਚ ਸ਼ਬਦ ਨੂੰ ਲੈਂਦਾ ਜਾਂ ਸੱਚ ਦੇ ਗਿਆਨ ਨੂੰ ਨਹੀਂ ਲੈਂਦਾ, ਉਹ ਲੋਕ ਪ੍ਰਲੋਕ ਵਿੱਚ ਇੱਜ਼ਤ ਨਹੀਂ ਪ੍ਰਾਪਤ ਕਰ ਸਕਦਾ। ਗਿਆਨ ਦੀ ਅਣਹੋਂਦ ਕਾਰਨ ਸੱਚ ਵਿੱਚ ਕਿਵੇਂ ਸਮਾਇਆ ਜਾ ਸਕਦਾ ਹੈ? ਇਸ ਲਈ ਨਿਗੁਰਾ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਮਨਮੁਖ ਮੁਕਤੀ ਦਾ ਭਾਗੀ ਕਿਵੇਂ ਬਣ ਸਕਦਾ ਹੈ? ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ, ਗੁਰਮੁਖ ਭਵਜਲ ਤਰੀਏ ਸੱਚ ਸੁਧੀ, ਗੁਰਮੁਖ ਸਰ ਅਪਸਰ ਵਿਦ ਜਾਣੈ, ਗੁਰਮੁਖ ਪ੍ਰਵਿਰਤ ਨਰਵਿਰਤ ਪਛਾਣੈ, ਗੁਰਮੁਖ ਤਾਰੇ ਪਾਰ ਉਤਾਰੇ, ਨਾਨਕ ਗੁਰਮੁਖ ਸ਼ਬਦ ਨਿਸਤਾਰੇ। ਸਤਿਗੁਰੂ ਜੀ ਆਖਦੇ ਹਨ ਕਿ ਗੁਰਮਤਿ ਮੁਤਾਬਕ ਅਸ਼ਟ ਸਿੱਧੀ ਦੀ ਵਿਆਖਿਆ ਕਰਦੇ ਹੋਏ ਆਖਦੇ ਹਨ ਕਿ ਗੁਰਮੁਖ ਸਾਡਾ ਗਾਡੀ ਰਾਹ ਵਿੱਚ ਅਸ਼ਟ ਸਿੱਧੀ ਕੋਈ ਮਾਇਆ ਰੂਪ ਰਿੱਧੀਆਂ ਸੁੱਧੀਆਂ, ਜਿਨ੍ਹਾਂ ਨੂੰ ਕਿ ਕਾਸ਼ੀ ਮਤ ਵਾਲੇ 18 ਸਿੱਧੀਆਂ ਮੰਨਦੇ ਹਨ, ਨਹੀਂ ਹੈ। ਗੁਰਮਤ ਵਿੱਚ ਤਾਂ ਬੁੱਧੀ ਦਾ ਬਦਲ ਜਾਣਾ ਭਾਵ ਦੁਰਮਤ ਦਾ ਗੁਰਮਤ ਵਿੱਚ ਬਦਲ ਜਾਣਾ ਹੀ ਸਿੱਧੀ ਹੈ। ਕਹੀ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਜਿਸ ਤੋਂ ਅਰਥ ਇਹ ਨਿਕਲਦਾ ਹੈ ਕਿ ਪਰਮੇਸ਼ਰ ਨੇ ਮੇਰੀ ਬੁੱਧੀ ਆਪ ਲੈ ਕੇ ਆਪਣੀ ਬੁੱਧੀ ਗੁਰਮਤ ਮੈਨੂੰ ਦੇ ਕੇ ਮੇਰੀ ਬੁੱਧ ਬਦਲ ਦਿੱਤੀ, ਮੈਨੂੰ ਦੇ ਕੇ ਮੇਰੀ ਬੁੱਧ ਬਦਲ ਦਿੱਤੀ, ਜਿਸ ਕਾਰਨ ਮੇਰਾ ਕਾਰਜ ਸਿੱਧ ਹੋ ਗਿਆ, ਜਿਸ ਲਈ ਮੈਂ ਇਹ ਮਨੁੱਖਾ ਜਨਮ ਧਾਰਿਆ ਸੀ। ਮਨਮਤੀਏ ਭਾਵੇਂ 18 ਸਿੱਧੀਆਂ ਮੰਨਦੇ ਹੋਣ, ਭਾਵੇਂ 1800, ਇਹਨਾਂ ਦੀਆਂ ਸਿੱਧੀਆਂ ਨਾਲ ਗੁਰਮਤ ਦਾ ਕੋਈ ਵਾਸਤਾ ਨਹੀਂ ਹੈ। ਗੁਰਮਤ ਤਾਂ ਕੇਵਲ ਇੱਕੋ ਇੱਕ ਮਤ ਹੈ ਜੋ ਸੰਸਾਰੀ ਮਤਾਂ ਤੋਂ ਅਲੱਗ ਹੈ। ਭਗਤਾਂ ਅਤੇ ਸੰਸਾਰੀਆਂ ਦਾ ਮੇਲ ਗੁਰਮਤ ਮੰਨਦੀ ਨਹੀਂ। ਗੁਰਮਤ ਅਨੁਸਾਰ ਕੇਵਲ ਇੱਕ ਕੰਮ ਸਿੱਧ ਕਰਨ ਲਈ ਜੀਵ ਨੂੰ ਮਨੁੱਖਾ ਜਨਮ ਮਿਲਿਆ ਹੈ। ਉਹ ਕੰਮ ਹੈ ਜੀਵ ਦਾ ਪਰਮੇਸ਼ਰ ਨਾਲ ਮਿਲਾਪ ਸੰਜੋਗ। ਇਸ ਕੰਮ ਦੀ ਸਿੱਧੀ ਲਈ ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਹੈ ਗੁਰਮਤ ਦੁਆਰਾ ਮਨ ਮੱਤਾ ਬਦਲ ਲੈਣਾ, ਮਨਮੁਖ ਤੋਂ ਗੁਰਮੁਖ ਬਣ ਜਾਣਾ। ਸਾ ਸਿੱਧੀ ਸਾ ਕਰਾਮਾਤ ਹੈ, ਅਚਿੰਤ ਕਰੇ ਜਿਸ ਦਾਤ, ਗੁਰਮੁਖੀ ਨਾਮ ਮਨ ਵਸੇ, ਇਹਾ ਸਿੱਧੀ ਇਹਾ ਕਰਾਮਾਤ। ਕਹਿੰਦੇ ਅਸਲ ਵਿੱਚ ਸਿੱਧੀ ਇਹ ਹੈਗੀ ਮਨਮੁਖ ਤੋਂ ਗੁਰਮੁਖ ਬਣ ਜਾਣਾ। ਇਹ ਪਰਮੇਸ਼ਰ ਦੀ ਬਖਸ਼ਿਸ਼ ਨਾਲ ਹੁੰਦੀ ਹੈ ਅਤੇ ਫਿਰ ਉਹਦੇ ਹਿਰਦੇ ਵਿੱਚ ਸੱਚ ਦਾ ਗਿਆਨ ਭਾਵ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ। ਹੁਣ ਜਿਹੜਾ ਕੋਈ ਸੱਚ ਦੇ ਗਿਆਨ ਨੂੰ ਸੱਚ ਮੰਨਦਾ ਹੈ ਉਹੀ ਗਿਆਨ ਨੂੰ ਲੈਂਦਾ ਹੈ, ਨਹੀਂ ਤਾਂ ਜ਼ਿਆਦਾਤਰ ਜਿਹੜੇ ਲੋਕ ਹਨ ਇਹਨੂੰ ਗੁਰਬਾਣੀ ਨੂੰ ਮੰਤਰਾਂ ਦੇ ਰੂਪ ਵਿੱਚ ਮਾਇਆ ਦੀਆਂ ਇੱਛਾਵਾਂ ਦੇ ਲਈ ਵਰਤ ਰਹੇ ਹਨ। ਗੁਰਬਾਣੀ ਤਾਂ ਸੱਚ ਦੇ ਗਿਆਨ ਦੀ ਸੋਝੀ ਦੇ ਲਈ ਆਪਾਂ ਨੂੰ ਸਤਿਗੁਰਾਂ ਨੇ ਦਿੱਤੀ ਹੈ। ਇਸ ਕਰਕੇ ਆਪਾਂ ਨੂੰ ਇਹਨੂੰ ਸਮਝਣ ਦੀ ਲੋੜ ਹੈ। ਗੁਰਮਤ ਵਿੱਚ ਕੇਵਲ ਇੱਕੋ ਸਿੱਧੀ ਮੰਨੀ ਗਈ ਹੈ, ਪ੍ਰਵਾਨ ਕੀਤੀ ਗਈ ਹੈ। ਬਾਕੀ ਮਾਇਆ ਰੂਪ ਰਿੱਧ ਸਿੱਧ ਦਾ ਇਉਂ ਕਹਿ ਕੇ ਵਿਰੋਧ ਕੀਤਾ ਗਿਆ ਹੈ, ਜਾ ਕੀ ਰਿੱਧ ਸਿੱਧ ਅਵਰਾ ਸਾਧ। ਭਾਵ ਇਹਨਾਂ ਸੰਸਾਰੀ ਰਿੱਧੀ ਸਿੱਧੀਆਂ ਦਾ ਸਵਾਦ ਤਾਂ ਨਾਮ ਦੇ ਸਵਾਦ ਨਾਲੋਂ ਉਲਟ ਹੈ। ਇਸ ਲਈ ਨਾਮ ਦੇ ਰਸੀਏ ਇਸ ਕਿਸਮ ਦੀਆਂ ਮਾਇਆ ਰੂਪੀ ਰਿੱਧੀਆਂ ਸਿੱਧੀਆਂ ਨੂੰ ਬਿਖ ਰੂਪ ਜ਼ਹਿਰ ਮੰਨਦੇ ਹਨ।
ਮਨਮਤੀਆਂ ਵਾਸਤੇ ਇਹਨਾਂ ਦਾ ਰਸ ਅਨੁਕੂਲ ਅਤੇ ਮੁਆਫਕ ਹੈ। ਇਸੇ ਲਈ ਇੱਥੇ ਵੀ ਅਸ਼ਟ ਸਿੱਧੀ ਇਸੇ ਗੁਰਮਤਿ ਸਿੱਧੀ ਨੂੰ ਕਿਹਾ ਗਿਆ ਹੈ। ਨਹੀਂ ਤਾਂ ਲਫ਼ਜ਼ ਸਿੱਧੀ ਦੀ ਥਾਂ ਸਤਿਗੁਰ ਜੀ ਸਿੱਧੀਆਂ ਲਿਖਦੇ। ਇੱਥੇ ਸਿੱਧੀ ਇੱਕ ਵਚਨ ਹੈ, ਭਾਵ ਇੱਕ ਸਿੱਧੀ ਹੈ। ਉਹ ਬੁੱਧੀ ਦਾ ਗਿਆਨ ਪ੍ਰਾਪਤ ਕਰਕੇ ਬਦਲ ਜਾਣਾ ਹੈ। ਉਹ ਸੋਝੀ ਇਹ ਹੈ ਕਿ ਜਿਹੜੀ ਇਹ ਸੰਸਾਰੀ ਬੁੱਧੀ ਹੁੰਦੀ ਹੈ, ਇਹਦਾ ਗਿਆਨ ਪ੍ਰਾਪਤ ਕਰਕੇ ਇਹਨੂੰ ਛੱਡ ਦੇਣਾ ਅਤੇ ਫਿਰ ਜਿਹੜਾ ਗੁਰਮਤਿ ਦਾ ਗਿਆਨ ਲੈਣਾ। ਗੁਰ ਕੀ ਮਾਤੂ ਲੈ ਆਨੇ ਭਗਤੀ ਬਿਨਾ ਬਹੁ ਡੂਬੇ ਸਿਆਣੇ। ਕਿਉਂਕਿ ਜਿਹੜੀ ਗਿਆਨ ਵਾਲੀ ਮੱਤ ਹੈ, ਗੁਰਬਾਣੀ ਦਾ ਉਪਦੇਸ਼ ਸ਼ਬਦ ਹੈ, ਉਹਦੇ ਨਾਲ ਹੀ ਜਿਹੜਾ ਜੀਵ ਇਹ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਵਿੱਚ ਦਿੱਤਾ ਹੋਇਆ ਮੂਲ ਮੰਤਰ ਸਾਰੀ ਗੁਰਬਾਣੀ ਦਾ ਮੂਲ ਰੂਪ ਹੈ, ਜਿਸ ਉੱਤੇ ਬ੍ਰਹਮ ਗਿਆਨ ਸਰੂਪੀ ਬ੍ਰਿਸ਼ ਸੁਭਾਇਮਾਨ ਹੈ। ਕਬੀਰ ਜੀ ਅਨੁਸਾਰ ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਮੂਲ ਮੰਤਰ ਵਿੱਚ ਦਰਸਾਏ 8 ਗੁਣਵਾਚਕ ਸ਼ਬਦ ਪਰਮੇਸ਼ਰ ਦਾ ਸਰਗੁਣ ਸਰੂਪ ਹਨ। ਇਹ ਸਾਰੇ ਦੇ ਸਾਰੇ ਉਸ ਇੱਕ ਪਰਮੇਸ਼ਰ ਦੇ ਹੀ 8 ਗੁਣਾਂ ਦਾ ਬੋਧ ਕਰਾਉਂਦੇ ਹਨ। ਜਿਵੇਂ ਪਰਮੇਸ਼ਰ ਇੱਕ ਦਾ ਏਕਾ ਵੱਖਰਾ ਕਰ ਲਈਏ ਤਾਂ ਇਹ 8 ਇਕੱਲੇ ਇਸ ਨਾਲ ਜੁੜੇ ਹੋਏ ਗੁਣਵਾਚਕ ਨਾਂਵ ਹਨ, ਜਿਸ ਦਾ ਅਰਥ ਇਹ ਹੋਇਆ ਕਿ ਇਸ ਏਕੇ ਨੂੰ ਬ੍ਰਿਸ਼ ਦੀ ਮੂਸਲੀ ਵਿਚਕਾਰਲੀ ਸਿੱਧੀ ਜੜ੍ਹ ਮੰਨ ਲਈਏ ਤਾਂ ਇਹ 8 ਜੜ੍ਹਾਂ ਉਸੇ ਮੂਸਲੀ ਨਾਲ ਜੁੜੀਆਂ ਹੋਈਆਂ ਹਨ। ਇਸ ਰਾਮ ਰੂਪੀ ਤਰਬਰ ਬ੍ਰਿਸ਼ ਦੀਆਂ ਜੜ੍ਹਾਂ ਹਨ, ਜਿਨ੍ਹਾਂ ਦੇ ਵਿਖਿਆਨ ਤੋਂ ਹੀ ਗੁਰਬਾਣੀ ਦੀ ਸਾਰੀ ਰਚਨਾ ਰਚ ਕੇ ਇਸ ਵਿੱਚ ਬ੍ਰਹਮ ਗਿਆਨ ਰੂਪੀ ਬ੍ਰਿਸ਼ ਪ੍ਰਗਟ ਕੀਤਾ ਗਿਆ ਹੈ। ਇਹ ਸਾਰੀ ਵਿਚਾਰ ਦਾ ਅਰਥ ਇਹ ਹੈ ਕਿ ਇਹਨਾਂ 8 ਮੂਲ ਗੁਣਾਂ ਦਾ ਵਿਸਥਾਰ ਹੀ ਇਹ ਸਾਰੀ ਗੁਰਬਾਣੀ ਹੈ। ਇਸ ਲਈ 8 ਮੂਲ ਗੁਣਾਂ ਦੇ ਸਮੂਹ ਨੂੰ ਗੁਰਬਾਣੀ ਦੇ ਆਦਿ ਮੁੱਢ ਵਿੱਚ ਰੱਖਿਆ ਗਿਆ ਹੈ ਅਤੇ ਹਰ ਰਾਗ ਦੇ ਬਦਲਣ ਸਮੇਂ ਆਰੰਭ ਵਿੱਚ ਇਸ ਮੂਲ ਮੰਤਰ ਨੂੰ ਸੁਸ਼ੋਭਿਤ ਕੀਤਾ ਗਿਆ ਹੈ। ਸਾਰੀ ਬਾਣੀ ਮੰਤਰ ਰੂਪ ਹੈ ਅਤੇ ਇਹ 8 ਗੁਣ ਸਾਰੀ ਬਾਣੀ ਦਾ ਤਤਸਾਰ ਮੂਲ ਰੂਪ ਹਨ। ਇਹਨਾਂ 8 ਗੁਣਾਂ ਨੂੰ ਗਹਿਰਾਈ ਤੱਕ ਸਮਝ ਲੈਣਾ ਅਸ਼ਟ ਸਿੱਧੀ ਹੈ, ਜਿਸ ਤੋਂ ਕਿ ਸਭ ਬੁੱਧੀ ਭਾਵ ਪੂਰਨ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਸਤਿਗੁਰ ਜੀ ਆਖਦੇ ਹਨ ਕਿ ਗੁਰਮੁਖ ਪਰਮੇਸ਼ਰ ਦੇ ਦਰਸ਼ਨ ਇਹਨਾਂ ਮੂਲ ਗੁਣਾਂ ਨੂੰ ਚੰਗੀ ਤਰ੍ਹਾਂ ਸਮਝ ਲੈਣ ਵਿੱਚੋਂ ਹੀ ਕਰਦਾ ਹੈ, ਜਿਹੜੇ ਕਿ ਗੁਰਬਾਣੀ ਵਿੱਚ ਸਮਝਾਏ ਗਏ ਹਨ। ਇਸ ਲਈ ਗੁਰਬਾਣੀ ਨੂੰ ਗੁਰਦਰਸ਼ਨ ਕਿਹਾ ਗਿਆ ਹੈ। ਜਦੋਂ ਗੁਰਮੁਖ ਮੂਲ ਮੰਤਰ ਨੂੰ ਪੂਰੀ ਗਹਿਰਾਈ ਨਾਲ ਗੁਰਬਾਣੀ ਦੁਆਰਾ ਸਮਝ ਲੈਂਦਾ ਹੈ ਤਾਂ ਉਸ ਦੀ ਬੁੱਧੀ ਪੂਰੀ ਹੋ ਜਾਂਦੀ ਹੈ। ਉਸ ਦੀ ਬੁੱਧੀ ਵਿੱਚੋਂ ਅਕਲ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਫਿਰ ਨਹੀਂ ਰਹਿੰਦੀ। ਮਾਇਆ ਫਿਰ ਗੁਰਮੁਖ ਨੂੰ ਠੱਗ ਨਹੀਂ ਸਕਦੀ। ਗੁਰਮੁਖ ਨੂੰ ਅਜਿਹੀ ਸੋਝੀ ਪ੍ਰਾਪਤ ਹੁੰਦੀ ਹੈ ਕਿ ਉਹ ਕਦੇ ਵੀ ਨਾਸ਼ ਹੋਣ ਵਾਲੀ ਨਹੀਂ ਹੁੰਦੀ। ਇਸ ਸੋਝੀ ਨਾਲ ਗੁਰਮੁਖ ਇਸ ਅਗਨ ਸਾਗਰ ਨੂੰ ਪਾਰ ਕਰ ਲੈਂਦਾ ਹੈ। ਉਸ ਦਾ ਮਨ ਮਾਇਆ ਵਿੱਚ ਫੇਰ ਲਿਪਤ ਨਹੀਂ ਹੁੰਦਾ। ਗੁਰਮੁਖ ਇਸ ਪੂਰੀ ਮੱਤ ਦਾ ਧਾਰਨੀ ਹੋਣ ਕਰਕੇ ਜੀਵਨ ਦੀ ਬਾਜੀ ਜਿੱਤ ਲੈਣ ਅਤੇ ਹਾਰ ਜਾਣ ਦੀ ਸਾਰੀ ਸੋਝੀ ਰੱਖਦਾ ਹੈ। ਗੁਰਮੁਖ ਸਾਰ ਅਫਸਰ ਵਿਧੀ ਜਾਣੇ। ਉਸ ਨੂੰ ਇਸ ਗੱਲ ਦਾ ਗਿਆਨ ਹੁੰਦਾ ਹੈ ਕਿ ਜੇ ਮੈਂ ਮਾਇਆ ਦੀਆਂ ਇੱਛਾਵਾਂ ਪਿੱਛੇ ਭੱਜਿਆ ਜਾਂ ਮਾਇਆ ਦੇ ਕੰਮਾਂ ਵਿੱਚ ਫਸਿਆ ਰਿਹਾ ਤਾਂ ਮੇਰਾ ਜਿਹੜਾ ਪਰਮਾਰਥ ਵਾਲਾ ਰਸਤਾ ਹੈਗਾ ਉਹਨੂੰ ਮੈਂ ਪ੍ਰਾਪਤ ਨਹੀਂ ਕਰ ਸਕਦਾ। ਜਿਹੜਾ ਮੈਂ ਆਪਣੀ ਬੁੱਧੀ ਨੂੰ ਸ਼ੁੱਧ ਕਰਨਾ ਉਹ ਸ਼ੁੱਧ ਨਹੀਂ ਕਰ ਸਕਦਾ। ਇਸ ਕਰਕੇ ਉਹ ਮਾਇਆ ਦੀ ਜਿਹੜੀਆਂ ਇੱਛਾਵਾਂ ਹਨ ਉਹਨੂੰ ਪਰਮੇਸ਼ਰ 'ਤੇ ਛੱਡ ਕੇ ਆਪ ਜਿਸ ਕੰਮ ਲਈ ਆਇਆ ਹੁੰਦਾ ਹੈ ਉਹ ਕੰਮ ਕਰਨ ਵਿੱਚ ਲੱਗਿਆ ਰਹਿੰਦਾ ਹੈ। ਉਹ ਸਭ ਕੁਝ ਜਾਣਦਾ ਹੁੰਦਾ ਹੈ ਕਿ ਜੀਵਨ ਮੁਕਤੀ ਦੀ ਬਾਜੀ ਜਿੱਤਣ ਲਈ ਉਸਨੇ ਕੀ ਕਰਨਾ ਹੈ ਅਤੇ ਹਾਰ ਜਾਣ ਤੋਂ ਬਚਣ ਲਈ ਕਿਹੜੀ ਚੌਕਸੀ ਵਰਤਣ ਦੀ ਲੋੜ ਹੈ। ਇਸ ਵਿਧੀ ਨੂੰ ਉਹ ਚੰਗੀ ਤਰ੍ਹਾਂ ਗੁਰਬਾਣੀ ਵਿੱਚੋਂ ਸਮਝਦਾ ਹੈ। ਗੁਰਮੁਖ ਪਰਵਿਰਤ ਗੁਰਮਤ ਅਤੇ ਨਰਵਿਰਤ ਮਨਮਤ ਵਿਚਲੇ ਫਰਕ ਨੂੰ ਪੂਰੀ ਬਰੀਕੀ ਨਾਲ ਸਮਝ ਲੈਂਦਾ ਹੈ। ਗੁਰਮੁਖ ਜਿਸ ਨੂੰ ਤਾਰਦਾ ਹੈ, ਉਪਦੇਸ਼ ਕਰਦਾ ਹੈ, ਉਸ ਉਪਦੇਸ਼ ਵਿੱਚੋਂ ਪੂਰੀ ਬੁੱਧੀ ਦੀ ਪ੍ਰਾਪਤੀ ਕਰਕੇ ਜਿਗਿਆਸੂ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਹੈ, ਕਿਉਂਕਿ ਉਸ ਦੇ ਉਪਦੇਸ਼ ਵਿੱਚ ਮਾਇਆ ਨਾਲ ਜੁੜੇ ਰਹਿਣ ਦੀ ਕੋਈ ਗੱਲ ਨਹੀਂ ਹੁੰਦੀ। ਉਹ ਗਿਆਨ ਖੜਗ ਗੁਰਮਤ ਨਾਲ ਹੀ ਜਿਗਿਆਸੂ ਨੂੰ ਘੜ ਕੇ ਉਸ ਦੇ ਮਨ ਅੰਦਰੋਂ ਮਾਇਆ ਦੇ ਸਾਰੇ ਬੰਧਨ ਕੱਟ ਦਿੰਦਾ ਹੈ। ਗਿਆਨ ਖੜਗ ਲੈ ਮਨ ਸਿਉ ਲੂਝੇ, ਕਿਉਂਕਿ ਉਹਨੂੰ ਪਤਾ ਹੈ ਕਿ ਗੁਰਬਾਣੀ ਦਾ ਉਪਦੇਸ਼ ਜਿਹੜਾ ਹੈ ਉਹਦੇ ਨਾਲ ਹੀ ਜਿਹੜੀ ਮਾਇਆ ਦੀਆਂ ਇੱਛਾਵਾਂ ਨੂੰ ਕੱਟਿਆ ਜਾ ਸਕਦਾ ਹੈ, ਜਿਸ ਨਾਲ ਜਿਗਿਆਸੂ ਮਾਇਆ ਦੀ ਗ੍ਰਿਫਤ ਵਿੱਚੋਂ ਛੁੱਟ ਕੇ ਪਾਰ ਬ੍ਰਹਮ ਸ਼ਬਦ ਗੁਰੂ ਵਿੱਚ ਜਾ ਮਿਲਦਾ ਹੈ। ਅੰਤ ਵਿੱਚ ਸਤਿਗੁਰ ਜੀ ਜੋਗੀਆਂ ਨੂੰ ਦੱਸਦੇ ਹਨ ਕਿ ਗੁਰਮੁਖ ਸਾਚ ਸ਼ਬਦ ਨੂੰ ਜਿਗਿਆਸੂ ਦੇ ਹਿਰਦੇ ਵਿੱਚ
ਪ੍ਰਗਟ ਕਰਵਾ ਦਿੰਦਾ ਹੈ। ਭਾਵ ਨਾਦ ਦਾ ਦਰਸ਼ਨ ਜਗਿਆਸੂ ਨੂੰ ਹਿਰਦੇ ਵਿੱਚੋਂ ਹੀ ਕਰਵਾ ਦਿੰਦਾ ਹੈ, ਜਿਸ ਨੂੰ ਕਿ ਤੁਸੀਂ ਭੁਲੇਖੇ ਨਾਲ ਕੰਨਾਂ ਨਾਲ ਸੁਣਨ ਵਾਲਾ ਇਸ ਸਰੀਰ ਵਿਚਲਾ ਰੌਲਾ ਰੱਪਾ ਹੀ ਸਮਝ ਬੈਠੇ ਹੋ। ਨਾਮੇ ਰਾਤੇ ਹਉਮੈ ਜਾਏ, ਨਾਮ ਰਤੇ ਸੱਚ ਰਹੇ ਸਮਾਏ। ਨਾਮ ਰਤੇ ਜੋਗ ਜੁਗਤ ਵਿਚਾਰ, ਨਾਮ ਰਤੇ ਪਾਵੇ ਮੋਖ ਦੁਆਰ। ਨਾਮ ਰਤੇ ਤ੍ਰਿਭਵਨ ਸੋਝੀ ਹੋਏ, ਨਾਨਕ ਨਾਮ ਰਤੇ ਸਦਾ ਸੁਖ ਹੋਏ। ਸਤਿਗੁਰੂ ਜੀ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਸਿੱਧਾਂ ਨੂੰ ਆਖਣ ਲੱਗੇ ਕਿ ਨਾਮ ਦਾ ਰੰਗ, ਨਾਮ ਵੇਦ, ਜੇ ਕਿਸੇ ਨੂੰ ਚੜ੍ਹ ਜਾਵੇ ਤਾਂ ਉਸ ਉੱਤੇ ਚੜ੍ਹੇ ਹੋਏ ਪਹਿਲੇ ਹੰਕਾਰ ਦੇ ਰੰਗ ਦਾ ਨਾਸ਼ ਕਰ ਦਿੰਦਾ ਹੈ। ਕਿਉਂਕਿ ਨਾਮ ਗਿਆਨ ਦਾ ਪ੍ਰਗਾਸ ਜਿੱਥੇ ਹੋ ਜਾਵੇ ਉੱਥੇ ਹਉਮੈ ਦਾ ਕਲੰਕ ਨਹੀਂ ਰਹਿ ਸਕਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ। ਜਦ ਨਾਮ ਦਾ ਰੰਗ ਚੜ੍ਹਨ ਨਾਲ ਹੰਕਾਰ ਦੂਰ ਹੋ ਜਾਂਦਾ ਹੈ ਤਾਂ ਜੀਵ ਨਾਮ ਸਰੂਪ ਪਰਮੇਸ਼ਰ ਵਿੱਚ ਲੀਨ ਹੋਇਆ ਰਹਿੰਦਾ ਹੈ। ਇਸ ਨਾਮ ਦੇ ਰੰਗ ਚੜ੍ਹਨ ਉਪਰੰਤ ਹੀ ਇਹ ਵਿਧੀ ਕਿਸੇ ਦੂਸਰੇ ਨੂੰ ਦੱਸੀ ਜਾ ਸਕਦੀ ਹੈ। ਜਿਤਨਾ ਚਿਰ ਆਪਣੇ ਅੰਦਰ ਗਿਆਨ ਦਾ ਪ੍ਰਗਾਸ ਨਹੀਂ ਹੁੰਦਾ ਜਾਂ ਨਹੀਂ ਹੋਇਆ ਹੁੰਦਾ, ਉਨਾ ਚਿਰ ਦੂਸਰੇ ਨੂੰ ਗਿਆਨ ਦੇ ਪ੍ਰਗਟ ਕਰ ਲੈਣ ਦੀ ਵਿਧੀ ਕਿਵੇਂ ਸਮਝਾਈ ਜਾ ਸਕਦੀ ਹੈ। ਜਦ ਕਿ ਮੁਕਤ ਦੁਆਰ, ਮੁਕਤੀ ਮਾਰਗ ਤਾਂ ਨਾਮ ਦੇ ਰੰਗ ਚੜ੍ਹ ਜਾਣ ਉਪਰੰਤ ਹੀ ਪ੍ਰਾਪਤ ਹੋਣਾ ਹੈ। ਨਾਮ ਦਾ ਰੰਗ ਜਿਸ ਨੂੰ ਚੜ੍ਹ ਜਾਵੇ ਉਸ ਨੂੰ ਮਾਇਆ ਦੇ ਅੰਦਰਲੇ ਤਿੰਨੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਨਾਮ ਰਤੇ ਤ੍ਰਿਭਵਨ ਸੋਝੀ ਹੋਏ। ਮਾਇਆ ਦੇ ਤਿੰਨੇ ਭਵਨਾਂ ਦੀ ਸੋਝੀ ਹੋ ਜਾਣ ਉਪਰੰਤ ਹੀ ਸਾਰੀ ਰਚਨਾ ਦਾ ਅਸਲੀ ਰੂਪ ਭੇਦ ਸਮਝ ਵਿੱਚ ਆ ਜਾਂਦਾ ਹੈ। ਫਿਰ ਮਨ ਇਸ ਮਾਇਆ ਨਾਲ ਇਸ ਕਰਕੇ ਲਿਪਤ ਨਹੀਂ ਹੁੰਦਾ ਕਿਉਂਕਿ ਇਸ ਦਾ ਅਗਨ ਰੂਪ ਗੁਰਮੁਖ ਸਮਝ ਲੈਂਦਾ ਹੈ। ਜਿਸ ਨੇ ਇਸ ਕੁਸਮ ਰੂਪੀ ਮਨ ਨੂੰ ਸਾੜ ਕੇ ਕਾਲਾ ਕਰਿਆ ਹੋਇਆ ਹੈ। ਬਾਬਾ ਫਰੀਦ ਜੀ ਆਖਦੇ ਹਨ, ਹੱਥ ਨਾ ਲਾਈ ਕਸੰਬੜੇ ਜਲ ਜਾਸੀ ਢੋਲਾ। ਇੱਥੇ ਫਰੀਦ ਜੀ ਆਪਣੇ ਮਾਇਆ ਰਹਿਤ ਮਨ ਨੂੰ ਆਖ ਰਹੇ ਹਨ ਕਿ ਦੇਖੀ ਕਿਤੇ ਇਸ ਮਾਇਆ ਨਾਲ ਫਿਰ ਸਪਰਸ਼ ਨਾ ਕਰ ਲਈ, ਫਿਰ ਕਿਤੇ ਮਾਇਆ ਦੀ ਕੋਈ ਇੱਛਾ ਨਾ ਕਰ ਲਈ, ਮਤੇ ਇਸ ਨਾਲ ਸੜ ਕੇ ਕਾਲਾ ਹੋ ਜਾਵੇ, ਤੇਰੇ ਅੰਦਰ ਫਿਰ ਤ੍ਰਿਸ਼ਨਾ ਦੀ ਅੱਗ ਪ੍ਰਗਟ ਹੋ ਜਾਵੇ। ਪਰ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਗੁਰਸਿੱਖ ਇਸ ਅਗਨ ਸਾਗਰ ਵਿੱਚ ਰਹਿੰਦਾ ਹੋਇਆ ਇਸ ਲਈ ਸਦਾ ਸੁੱਖ ਮਾਣਦਾ ਹੈ, ਕਿਉਂਕਿ ਉਹ ਇਸ ਮਾਇਆ ਰੂਪੀ ਅੱਗ ਤੋਂ ਆਪਣੇ ਆਪ ਨੂੰ ਅਲਿਪਤ ਰੱਖਦਾ ਹੈ। ਨਾਮ ਰਤੇ ਸਿੱਧ ਗੋਸ਼ਟ ਹੋਏ, ਨਾਮ ਰਤੇ ਸਦਾ ਤਪ ਹੋਏ। ਨਾਮ ਰਤੇ ਸੱਚ ਕਰਨੀ ਸਾਰ, ਨਾਮ ਰਤੇ ਗੁਣ ਗਿਆਨ ਵਿਚਾਰ। ਬਿਨ ਨਾਵੈ ਬੋਲੇ ਸਭ ਵੇਕਾਰ, ਨਾਨਕ ਨਾਮ ਰਤੇ ਤਿਨ ਕੋ ਜੈਕਾਰ। ਨਾਮ ਦੇ ਰੰਗ ਭਾਵ ਗੁਰਮਤਿ ਦੇ ਰੰਗ ਵਿੱਚ ਰੰਗ ਜਾਣ ਪਿੱਛੋਂ ਗੁਰਮੁਖ ਜੋ ਬੋਲਦਾ ਹੈ ਉਹ ਗੁਰਮਤਿ ਦੇ ਅੰਦਰ ਰਹਿ ਕੇ ਹੀ ਬੋਲਦਾ ਹੈ। ਗੁਰਮਤਿ ਦੇ ਦਾਇਰੇ ਤੋਂ ਬਾਹਰ ਜਾ ਕੇ ਉਹ ਕੋਈ ਗੱਲ ਨਹੀਂ ਕਰਦਾ। ਇਸ ਲਈ ਉਸ ਦੇ ਮੁਖ ਤੋਂ ਨਿਕਲੀ ਹੋਈ ਹਰ ਗੱਲ ਠੋਸ ਅਤੇ ਠੀਕ ਹੁੰਦੀ ਹੈ। ਕਿਸੇ ਪੱਖੋਂ ਵੀ ਉਸ ਗੱਲ ਵਿੱਚ ਊਣਤਾਈ ਨਹੀਂ ਹੁੰਦੀ, ਕਿਉਂਕਿ ਗੁਰਬਾਣੀ ਵਿੱਚ ਕੋਈ ਊਣਤਾਈ ਹੈ ਹੀ ਨਹੀਂ ਜਿਸ ਦੇ ਆਧਾਰ 'ਤੇ ਉਹ ਗੱਲ ਕਹੀ ਗਈ ਹੋਵੇ। ਦੁਨੀਆ ਦੀ ਕੋਈ ਦਲੀਲ, ਕੋਈ ਤਰਕ ਇਸ ਨੂੰ ਕੱਟ ਦੇਵੇ, ਗਲਤ ਸਿੱਧ ਕਰ ਦੇਵੇ, ਅਜਿਹਾ ਹੋ ਹੀ ਨਹੀਂ ਸਕਦਾ। ਇਸ ਅਵਸਥਾ ਵਿੱਚ ਪਹੁੰਚਿਆ ਹੋਇਆ ਗੁਰਮੁਖ ਜੋ ਵਿਚਾਰ ਜਾਂ ਗੱਲਬਾਤ ਕਰਦਾ ਹੈ ਉਸ ਨੂੰ ਸਤਿਗੁਰੂ ਜੀ ਇੱਥੇ ਸਿੱਧ ਗੋਸ਼ਟ ਆਖਦੇ ਹਨ, ਭਾਵ ਸੁਲਝੀ ਹੋਈ ਗੋਸ਼ਟੀ। ਸਤਿਗੁਰੂ ਜੀ ਦੱਸ ਰਹੇ ਹਨ ਕਿ ਜਦੋਂ ਸਿੱਖ ਪੂਰੀ ਤਰ੍ਹਾਂ ਨਾਮ ਦੇ ਰੰਗ ਵਿੱਚ ਰੰਗਿਆ ਜਾਵੇ ਫਿਰ ਜੋ ਕੁਝ ਵੀ ਉਹ ਬੋਲਦਾ ਹੈ ਉਹ ਗੱਲ ਪੱਕੀ ਬਾਣੀ ਹੁੰਦੀ ਹੈ ਅਤੇ ਉਹੋ ਹੀ ਗੱਲ ਸਿੱਧ ਗੋਸ਼ਟ ਹੁੰਦੀ ਹੈ। ਇਸ ਲਈ ਸਾਰੀ ਬਾਣੀ ਹੀ ਸਿੱਧ ਗੋਸ਼ਟ ਹੈ ਜਾਂ ਸਿੱਧ ਗੋਸ਼ਟੀ ਹੈ। ਸਤਿਗੁਰੂ ਜੀ ਆਖਦੇ ਹਨ, ਸਿੱਧ ਗੋਸ਼ਟ ਤਦ ਹੀ ਹੋ ਸਕਦੀ ਹੈ ਜੇ ਗੋਸ਼ਟ ਕਰਨ ਵਾਲਾ ਪਹਿਲਾਂ ਆਪਣੇ ਮਨ ਨੂੰ ਗੁਰਬਾਣੀ ਦੇ ਰੰਗ ਵਿੱਚ ਪੂਰੀ ਤਰ੍ਹਾਂ ਨਾਲ ਰੰਗ ਚੁੱਕਾ ਹੋਵੇ। ਇਸ ਗੋਸ਼ਟ ਦਾ ਫਿਰ ਸਰੂਪ ਅਜਿਹਾ ਹੁੰਦਾ ਹੈ ਕਿ ਉਹ ਦੁਨੀਆ ਦੇ ਕਿਸੇ ਵੀ ਤਰਕ ਦੀ ਮਾਰ ਹੇਠ ਨਹੀਂ ਆ ਸਕਦਾ। ਨਾਮ ਦੇ ਰੰਗ ਵਿੱਚ ਰੰਗੇ ਹੋਏ ਨੂੰ ਹੀ ਕਿਸੇ ਕਿਸਮ ਦੀ ਦੁਨਿਆਵੀ ਮਨਮਤੀਆਂ ਵਾਲੀ ਤਪ ਕਰਨ ਦੀ ਕੋਈ ਲੋੜ ਨਹੀਂ ਹੁੰਦੀ। ਗੁਰਮਤਿ ਅਨੁਸਾਰ ਤਪ ਕਰਨ ਦਾ ਭਾਵ ਹੈ ਮਨ ਨੂੰ ਕਲਪਨਾ ਰਹਿਤ ਕਰਕੇ ਚੁੱਪ ਕਰਾਉਣਾ ਭਾਵ। ਪਰ ਜਦੋਂ ਗੁਰਮੁਖ ਨੂੰ ਨਾਮ ਦਾ ਰੰਗ ਚੜ੍ਹ ਜਾਂਦਾ ਹੈ ਫਿਰ ਉਸਦਾ ਮਨ ਤਾਂ ਰਹਿੰਦਾ ਹੀ ਨਹੀਂ। ਜਦੋਂ ਮਨ ਦੀ ਹੋਂਦ ਨਾ ਰਹੇ ਉਸ ਨੂੰ ਚੁੱਪ ਕਰਾਉਣ ਲਈ ਕਿਸੇ ਤਪ ਦੀ ਲੋੜ ਆਪਣੇ ਆਪ ਸਮਾਪਤ ਹੋ ਜਾਂਦੀ ਹੈ। ਇਸ ਲਈ ਦੂਜੀ ਮੱਤਾਂ ਵਾਲੇ ਜਿਹੜੇ ਕਿ ਸਾਰੀ ਜ਼ਿੰਦਗੀ ਤਪ ਕਰਦੇ ਰਹਿੰਦੇ ਹਨ ਕਿਸੇ ਭਟਕੇ ਹੋਏ ਮਾਰਗ ਦੇ ਰਾਹੀ ਹਨ। ਗੁਰਬਾਣੀ ਵਿੱਚ ਅਜੱਪਾ ਜਾਪ ਦਾ ਜ਼ਿਕਰ ਆਉਂਦਾ ਹੈ। ਅਜੱਪਾ ਜਾਪ ਮੁੱਖ ਨਾਮ। ਹੁਣ ਇਹ ਜਿਹੜਾ ਅਜੱਪਾ ਜਾਪ ਹੈ ਇਹ ਜਪਣ ਵਾਲਾ ਤਾਂ ਹੈ ਨਹੀਂ, ਇਹ ਸਮਝਣ ਦਾ ਵਿਸ਼ਾ ਹੈ। ਜਿਸ ਗੁਰਮੁਖ ਨੇ ਆਪਣੇ ਮਨ ਨੂੰ ਜਿੱਤ ਲਿਆ ਹੁੰਦਾ ਹੈ ਉਸ ਨੂੰ ਫਿਰ ਸੋਝੀ ਹੁੰਦੀ ਹੈ। ਕੋਈ ਵੀ ਕੰਮ ਕਰਦਾ ਉਹ ਜਿਹੜਾ ਫੈਸਲਾ ਉਹ ਵਿਵੇਕ ਬੁੱਧ ਦੁਆਰਾ ਲੈਂਦਾ ਹੈ।
ਜਿਹੜੀ ਉਹਨੇ ਗੁਰਬਾਣੀ ਤੋਂ ਮੱਤ ਪ੍ਰਾਪਤ ਕੀਤੀ ਉਹਦੇ ਅਨੁਸਾਰ ਲੈਂਦਾ ਹੈ। ਇਹੀ ਅਵਸਥਾ ਹੈ ਜਦੋਂ ਗੁਰਮੁਖ ਨਾਮ ਰੰਗ ਵਿੱਚ ਰੰਗਿਆ ਹੋਇਆ ਇੱਕ ਮਨ ਹੋ ਕੇ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਵਿੱਚੋਂ ਉਸ ਨੂੰ ਸਮਝਦਾ ਹੈ। ਇਸੇ ਨੂੰ ਗੁਰਬਾਣੀ ਵਿੱਚ ਅਜੱਪਾ ਜਾਪ ਮੰਨਿਆ ਗਿਆ ਹੈ। ਹੱਥ ਵਿੱਚ ਮਾਲਾ ਫੜ ਕੇ ਜਾਪ ਕਰਨਾ ਜਾਂ ਤ੍ਰਿਕੁਟੀ ਵਿੱਚ ਚਾਨਣ ਦਿਖਾ ਲੈਣਾ ਕਿ ਇੱਥੇ ਦੇਖੋ ਤਾਂ ਤੁਹਾਨੂੰ ਜਿਹੜਾ ਆ ਨੱਕ ਨਜ਼ਰ ਨਹੀਂ ਆਊਗਾ, ਪ੍ਰਕਾਸ਼ ਨਜ਼ਰ ਆਊਗਾ, ਇਹ ਸਭ ਮਨਮੁੱਖ ਮੱਤਾਂ ਦੀ ਕਾਢ ਹੈ। ਗੁਰਮਤਿ ਵਿੱਚ ਤਾਂ ਸ਼ਬਦ ਵਿਚਾਰ ਵਿੱਚ ਲੱਗਿਆ ਹੋਇਆ ਮਨ ਸਦਾ ਲਈ ਤਪ ਕਰ ਰਿਹਾ ਹੁੰਦਾ ਹੈ। ਤਪ ਦਾ ਮਤਲਬ ਹੈ ਜੋ ਗੁਰਬਾਣੀ ਵਿੱਚੋਂ ਸੋਝੀ ਆਈ ਹੈ ਉਸ ਨੂੰ ਆਪਣੇ ਮਨ 'ਤੇ ਲਾਗੂ ਕਰਨਾ। ਜਦੋਂ ਵੀ ਕੋਈ ਮਨ ਮਾਇਆ ਦੀ ਇੱਛਾ ਕਰਦਾ ਹੈ ਤਾਂ ਉਸ ਨੂੰ ਰੋਕਣਾ ਕਿ ਗੁਰਬਾਣੀ ਕੀ ਕਹਿੰਦੀ ਹੈ ਅਤੇ ਆਪਾਂ ਜਿਹੜੇ ਕੰਮ ਲਈ ਆਏ ਹਾਂ ਉਹ ਕੰਮ ਕਰਨਾ ਹੈ। ਆਪਾਂ ਹੋਰ ਇੱਧਰ ਬਾਹਰੀ ਜਿਹੜੀਆਂ ਵੀ ਕਿਰਿਆਵਾਂ ਹਨ, ਜਿਹੜਾ ਬਾਹਰਮੁਖੀ ਧਿਆਨ ਦੀਆਂ ਗੱਲਾਂ ਹਨ, ਉਹਨਾਂ ਦੇ ਵਿੱਚ ਨਹੀਂ ਫਸਣਾ ਹੈਗਾ। ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਕਰਨੀ ਦਾ ਸੱਚਾ ਤੱਤ ਗਿਆਨੀ ਹੁੰਦਾ ਹੈ। ਬ੍ਰਹਮ ਗਿਆਨੀ ਬ੍ਰਹਮ ਕਾ ਵੇਤਾ, ਉਹਨੂੰ ਬ੍ਰਹਮ ਦਾ ਗਿਆਨ ਹੁੰਦਾ ਹੈ, ਉਹ ਬ੍ਰਹਮ ਨੂੰ ਜਾਣਨ ਵਾਲਾ ਹੁੰਦਾ ਹੈ। ਉਸ ਨੂੰ ਆਪਣੀ ਆਤਮਾ ਦਾ ਗਿਆਨ ਹੁੰਦਾ ਹੈ ਅਤੇ ਦੂਸਰਿਆਂ ਨੂੰ ਵੀ ਆਪਣੇ ਆਪ ਨੂੰ ਸਮਝਣ ਦੀ ਸਿੱਖਿਆ ਦਿੰਦਾ ਹੈ। ਸਤਿਗੁਰ ਜੀ ਦਾ ਭਾਵ ਹੈ ਅਗਿਆਨਤਾ ਵਿੱਚ ਕੀਤੇ ਹੋਏ ਸਾਰੇ ਜਪ ਤਪ ਤੀਰਥ ਵਰਤ ਨੇਮ ਦਾਨ ਪੁੰਨ ਜਾਂ ਹੋਰ ਕਿਸੇ ਕਿਸਮ ਦਾ ਅਜਿਹਾ ਕੰਮ ਜਿਸ ਦੇ ਕਰਨ ਪਿੱਛੇ ਮਨੁੱਖ ਮਨ ਦੀ ਹੀ ਪ੍ਰੇਰਨਾ ਕੰਮ ਕਰਦੀ ਹੈ, ਸਭ ਵਿਅਰਥ ਹਨ। ਜਿਵੇਂ ਜਮਾ ਕੇ ਵਿਕੇ ਸਦੀਵ ਕਰਮ ਭਰਮ ਹੈ ਕਿ ਸਾਰੇ ਸੰਸਾਰ ਵਿੱਚ ਜਿੰਨੇ ਵੀ ਸਰੀਰ ਨਾਲ ਕਰਮ ਕੀਤੇ ਜਾਂਦੇ ਹਨ ਉਹ ਭਰਮ ਨੂੰ ਵਧਾਉਂਦੇ ਹਨ। ਇਹਨਾਂ ਦੇ ਸਿੱਟੇ ਵਜੋਂ ਮਨ ਵਿੱਚ ਹੰਕਾਰ ਹੀ ਵੱਧਦਾ ਹੈ। ਗੁਰਬਾਣੀ ਵਿੱਚ ਗੁਰ ਕੀ ਸੇਵਾ ਸ਼ਬਦ ਵਿਚਾਰ ਨੂੰ ਹੀ ਪ੍ਰਵਾਨਿਤ ਕੀਤਾ ਗਿਆ ਹੈ। ਹੋਰ ਕਿਸੇ ਕਿਸਮ ਦੀ ਸੇਵਾ ਗਿਆਨ ਪ੍ਰਾਪਤੀ ਤੋਂ ਬਾਅਦ ਹੀ ਇਸ ਲਈ ਕਰਨ ਨੂੰ ਸਤਿਗੁਰ ਜੀ ਆਖਦੇ ਹਨ ਤਾਂ ਕਿ ਗੁਰਸਿੱਖ ਇਸ ਕਿਸਮ ਦੀ ਸੇਵਾ ਤੋਂ ਪੈਦਾ ਹੋਣ ਵਾਲੇ ਹੰਕਾਰ ਤੋਂ ਬਚ ਸਕਣ। ਗਿਆਨ ਵਿਹੂਣਾ ਵਿਅਕਤੀ ਸ਼ਬਦ ਵਿਚਾਰ ਤੋਂ ਬਿਨਾਂ ਹੋਰ ਜੋ ਵੀ ਸੇਵਾ ਕਰਦਾ ਹੈ ਉਹ ਉਸ ਦੇ ਮਨ ਨੂੰ ਚੰਗੀ ਲੱਗਣ ਵਾਲੀ ਹੁੰਦੀ ਹੈ। ਮਨ ਮਤ ਅਨੁਸਾਰ ਕੀਤੀ ਹੋਈ ਸੇਵਾ ਦਾ ਫਲ ਹੰਕਾਰ ਨੂੰ ਹੀ ਪ੍ਰਬਲ ਕਰਨ ਵਾਲਾ ਹੁੰਦਾ ਹੈ। ਇਸ ਲਈ ਸਤਿਗੁਰ ਜੀ ਨਾਮ ਵਿੱਚ ਰੰਗੇ ਹੋਏ ਦੀ ਕਰਨੀ ਸੇਵਾ ਨੂੰ ਹੀ ਇੱਥੇ ਪ੍ਰਵਾਨ ਕਰਦੇ ਹਨ। ਨਾਮ ਦੇ ਰੰਗ ਵਿੱਚ ਰੰਗੇ ਹੋਏ ਗੁਰਸਿੱਖ ਪਰਮੇਸ਼ਰ ਦੇ ਗੁਣਾਂ ਨੂੰ ਵਿਚਾਰ ਕੇ ਉਸ ਵਿੱਚੋਂ ਗਿਆਨ ਪ੍ਰਾਪਤ ਕਰਦੇ ਹਨ। ਭਾਵ ਗੁਰਬਾਣੀ ਜੋ ਪਰਮੇਸ਼ਰ ਦਾ ਗੁਣ ਗਾਇਨ ਹੀ ਹੈ, ਗੁਰਸਿੱਖ ਇਸ ਨੂੰ ਵਿਚਾਰਦੇ ਸਮਝਦੇ ਹਨ, ਇਸ ਵਿੱਚੋਂ ਗਿਆਨ ਪ੍ਰਾਪਤ ਕਰਦੇ ਰਹਿੰਦੇ ਹਨ। ਗਿਆਨ ਤੋਂ ਸੱਖਣਾ ਜੋ ਵੀ ਬੋਲਦਾ ਹੈ ਸਭ ਫਜ਼ੂਲ ਹੈ, ਆਲ ਪਤਾਲ ਹੀ ਬੋਲਦਾ ਹੈ। ਅੰਤ ਵਿੱਚ ਸਤਿਗੁਰ ਜੀ ਨਾਮ ਦੇ ਰੰਗ ਵਿੱਚ ਰੰਗੇ ਹੋਏ ਗੁਰਸਿੱਖ ਦੀ ਇੱਥੇ ਅਤੇ ਉੱਥੇ ਜੈਕਾਰ ਹੋਣ ਦੀ ਗਵਾਹੀ ਭਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।